ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟਸ ਨੂੰ। ਅੱਜ ਸਟੂਡੈਂਟਸ ਅਸੀਂ ਨਿਊ ਚੈਪਟਰ ਸ਼ੁਰੂ ਕਰਨ ਜਾ ਰਹੇ ਹੈਗੇ ਹਾਂ। ਚੈਪਟਰ ਦਾ ਨਾਮ ਹੈਗਾ ਹੈ ਸਰਫੇਸ ਏਰੀਆਜ਼ ਐਂਡ ਵੋਲਿਊਮ। ਠੀਕ ਹੈ ਜੀ, ਸਤਹੀ ਖੇਤਰਫਲ ਅਤੇ ਆਇਤਨ। ਠੀਕ ਹੈ ਜੀ, ਚਲੋ ਅਗਲੇ ਚੈਪਟਰ ਵੱਲ ਵੱਧਦੇ ਹਾਂ। ਸਭ ਤੋਂ ਪਹਿਲਾਂ ਤੇ ਸਰਫੇਸ ਦਾ ਮਤਲਬ ਕੀ ਹੈਗਾ? ਸਰਫੇਸ ਦਾ ਮਤਲਬ ਹੁੰਦਾ ਆ ਸਤ੍ਹਾ। ਠੀਕ ਹੈ ਜੀ, ਏਰੀਆ ਨੂੰ ਅਸੀਂ ਕਹਿੰਦੇ ਹੈਗੇ ਖੇਤਰਫਲ, ਸਤਹੀ ਖੇਤਰਫਲ, ਐਂਡ ਦਾ ਲਿਖਿਆ ਅਤਾ, ਅਤੇ ਵੋਲਿਊਮਸ ਨੂੰ ਅਸੀਂ ਕਹਿੰਦੇ ਹੈਗੇ ਆਇਤਨ। ਠੀਕ ਹੈ ਜੀ, ਇਹ ਚੀਜ਼ ਮੈਂ ਅੱਗੇ ਤੁਹਾਨੂੰ ਇੱਕ ਵਾਰੀ ਰਿਵੀਜ਼ਨ ਕਰਵਾ ਲੈਣੀ। ਆਲਰੇਡੀ ਤੁਸੀਂ 9th ਕਲਾਸ ਦੇ ਵਿੱਚ ਬੱਚਿਓ ਕਰਕੇ ਆਏ ਹੋ। ਫਾਰਮੂਲੇਜ਼ ਵੀ ਤੁਸੀਂ ਜਿਹੜੇ 3D ਤੁਹਾਡੀਆਂ ਇਮੇਜਿਸ ਸੀਗੀਆਂ ਸੀ, ਸੋਲਿਡ ਫਿਗਰਸ ਕੀਤੀਆਂ ਸੀ ਨਾ, ਉਹਨਾਂ ਦੀਆਂ ਤੁਸੀਂ ਕੀ ਕਰਕੇ ਆਏ ਹੋ? ਆਲਰੇਡੀ 9th ਕਲਾਸ ਵਿੱਚ ਕਰਕੇ ਆਏ ਹੋ। ਇਸ ਕਰਕੇ ਜਸਟ ਇੱਕ ਛੋਟੀ ਜਿਹੀ ਰਿਵੀਜ਼ਨ ਮੈਂ ਤੁਹਾਨੂੰ ਕਰਾਉਣੀ ਆ। ਮੇਰਾ ਦਿਲ ਕਰ ਰਿਹਾ ਸੀਗਾ ਕਿ ਮੈਂ ਤੁਹਾਡੇ ਨਾਲ ਡਿਸਕਸ ਕਰਾਂ ਕਿ ਅਸੀਂ ਜਿਹੜੀ ਗੱਲ ਕਰਦੇ ਹੈਗੇ ਆ 1D 2D 3D ਦੀ, ਇਹ ਅਸਲੀ 'ਚ ਹੈ ਕੀ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਤੇ ਜਦੋਂ ਅਸੀਂ 3D ਦੀ ਗੱਲ ਕਰਦੇ ਤੇ 3D ਸੋਲਿਡਸ ਕੀਤੇ ਹੈਗੇ 9th ਕਲਾਸ ਦੇ ਵਿੱਚ। ਵਾਟ ਇਜ਼ ਡੀ? ਡੀ ਮੀਨਸ ਡਾਇਮੈਂਸ਼ਨ। ਠੀਕ ਹੈ ਜੀ, ਹੁਣ ਡਾਇਮੈਂਸ਼ਨ ਕੀ ਹੁੰਦੀ ਆ? ਡਾਇਮੈਂਸ਼ਨ ਹੈਗੀ ਆ ਕਿਸੇ ਵੀ ਚੀਜ਼ ਨੂੰ ਨਾਪਣਾ ਇੱਕ ਪਰਟੀਕੂਲਰ ਡਾਇਰੈਕਸ਼ਨ ਵਿੱਚ। ਠੀਕ ਹੈ ਜੀ, ਸਪੈਸ਼ਲੀ ਕੀ ਹੈਗੀ ਆ? ਜਾਂ ਆਪਾਂ ਉਹਦੀ ਹਾਈਟ ਨਾਪ ਸਕਦੇ ਹਾਂ, ਆਪਾਂ ਉਹਦੀ ਲੰਬਾਈ ਨਾਪ ਸਕਦੇ ਹਾਂ, ਆਪਾਂ ਉਹਦੀ ਵਿਡਥ ਨਾਪ ਸਕਦੇ ਹਾਂ। ਠੀਕ ਹੈ ਜੀ, ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਨਾਪਦੇ ਹੈਗੇ ਆ ਕਿਸੇ ਪਰਟੀਕੂਲਰ ਡਾਇਰੈਕਸ਼ਨ ਵਿੱਚ, ਠੀਕ ਹੈ, ਉਹ ਹੁੰਦੀ ਆ ਉਹਦੀ ਡਾਇਮੈਂਸ਼ਨ। ਹੁਣ ਮੈਥਸ ਦੇ ਵਿੱਚ ਅਸੀਂ ਯੂਜ਼ਲੀ ਡੀਲ ਕਰਦੇ ਹੈਗੇ ਆ 1D 2D 3D, ਅੱਗੇ 4D ਵੀ ਹੈਗਾ ਆ। ਠੀਕ ਹੈ ਜੀ, ਹੁਣ ਤੁਸੀਂ ਸਾਰਿਆਂ ਨੇ ਸੁਣੀਆਂ ਹੋਣਗੀਆਂ ਕਿ ਬੜੀਆਂ ਸਾਰੀਆਂ ਮੂਵੀਜ਼ ਜਿਹੜੀਆਂ ਹੈਗੀਆਂ ਉਹ ਆਉਂਦੀਆਂ ਹੈਗੀਆਂ, ਹੈ ਨਾ। ਇੱਕ ਮੂਵੀ ਅਸੀਂ ਸਾਰਿਆਂ ਨੇ ਵੇਖੀ ਹੋਏਗੀ, ਚਾਰ ਸਾਹਿਬਜ਼ਾਦੇ। ਉਹ ਕੀ ਕਹਿੰਦੇ ਹੁੰਦੇ ਆ? ਉਹ ਮੂਵੀ ਕੀ ਹੈਗੀ ਆ? 3D। ਹੁਣ 3D ਦਾ ਮਤਲਬ ਕੀ ਹੈਗਾ ਹੈ? ਠੀਕ ਹੈ ਜੀ, ਇਹ ਡੀ ਕੀ ਆ? ਚਲੋ ਸਮਝਦੇ ਅੱਗੇ। ਦੇਖੋ ਹੁਣ ਤੁਹਾਡੀ ਸਕਰੀਨ ਤੇ ਤੁਹਾਨੂੰ ਇੱਕ ਡਾਟ ਨਜ਼ਰ ਆ ਰਿਹਾ। ਠੀਕ ਹੈ, ਡਾਟ ਨੂੰ ਆਪਾਂ ਸਾਰੇ ਪੰਜਾਬੀ 'ਚ ਕੀ ਕਹਿੰਦੇ ਆ? ਦਿਸ ਇਜ਼ ਕਾਲਡ ਬਿੰਦੂ। ਹੁਣ ਬਿੰਦੂ ਹੈਗਾ ਆ, ਇਹ ਡਾਇਮੈਂਸ਼ਨਲੈਸ ਹੈਗਾ ਆ। ਦਿਸ ਇਜ਼ ਟੋਟਲੀ ਡਾਇਮੈਂਸ਼ਨਲੈਸ। ਨਾ ਇਹਦੀ ਹਾਈਟ ਹੈਗੀ ਆ, ਨਾ ਇਹਦੀ ਲੈਂਥ ਹੈਗੀ ਆ, ਨਾ ਹੀ ਇਹਦੀ ਬ੍ਰੈਡਥ ਹੈਗੀ ਆ। ਇਹਦਾ ਮਤਲਬ ਇਹ ਡਾਇਮੈਂਸ਼ਨਲੈਸ ਹੈਗਾ ਆ। ਨੋ ਡੀ, ਕੋਈ ਡੀ ਇਹਦੇ ਵਿੱਚ ਨਹੀਂ ਹੈਗਾ। ਡੀ ਨਹੀਂ ਆਪਾਂ ਕਹਿੰਦੇ। ਠੀਕ ਹੈ, ਹੁਣ ਜਦੋਂ ਆਪਾਂ ਬਿੰਦੂ 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 ਮਿਲਾਉਂਦੇ ਆ ਤੇ ਸਾਡੇ ਕੋਲ ਕੀ ਬਣ ਜਾਂਦੀ ਆ? ਵੀ ਗੈਟ ਅ ਲਾਈਨ। ਠੀਕ ਹੈ ਜੀ, ਹੁਣ ਅਗਲੀ ਜਿਹੜੀ ਹੈਗੀ ਹੈ, ਤੁਹਾਨੂੰ ਯਾਦ ਹੋਏਗੀ ਅਸੀਂ ਨਿੱਕੇ ਹੁੰਦੇ ਇੱਕ ਗੇਮ ਖੇਡਦੇ ਹੁੰਦੇ ਸੀਗੇ, ਸਾਡੇ ਨੋਕੀਆ ਦੇ ਫੋਨ 'ਚ ਹੁੰਦੀ ਸੀਗੀ, ਜਿਹਦੇ ਵਿੱਚ ਅਸੀਂ ਸਨੇਕ ਵਾਲੀ ਗੇਮ ਖੇਡਦੇ ਸੀਗੇ। ਸਨੇਕ ਵਾਲੀ ਗੇਮ ਖੇਡਦੇ ਸੀ ਨਾ, ਸਾਰਿਆਂ ਦੇ ਫੋਨ 'ਚ ਹੁੰਦੀ ਸੀਗੀ। ਆ ਦੇਖੋ, ਬਿੰਦੂ ਨਾਲ ਅਗਲਾ ਬਿੰਦੂ ਮਿਲ ਗਿਆ ਤੇ ਉਹ ਅਗਲੀ ਕੀ ਬਣ ਗਈ? ਲਾਈਨ ਬਣ ਗਈ। ਇਸੇ ਤਰ੍ਹਾਂ ਸਾਡੇ ਮੈਥਸ ਦੇ ਵਿੱਚ ਵੀ ਇੱਦਾਂ ਆ। ਨਾਰਮਲ ਚੀਜ਼ਾਂ ਹੈਗੀਆਂ ਉਹ ਸਾਡੇ ਮੈਥਸ ਹੀ ਹੈਗਾ ਜਿਹੜਾ ਕਿ ਅਸੀਂ ਇਗਨੋਰ ਕਰ ਦਿੰਦੇ ਆ। ਬਿੰਦੂ ਨਾਲ ਜਦੋਂ ਬਿੰਦੂ ਮਿਲਦਾ ਉਦੋਂ ਸਾਡੀ ਕੀ ਬਣ ਜਾਂਦੀ ਹੈ? ਇੱਕ ਲਾਈਨ ਬਣ ਜਾਂਦੀ ਹੈ। ਠੀਕ ਹੈ ਜੀ, ਉਹਦੇ ਤੋਂ ਜਦੋਂ ਲਾਈਨ ਬਣ ਗਈ, ਹੁਣ ਲਾਈਨ ਨੂੰ ਅਸੀਂ ਕਿਵੇਂ ਮੇਜਰ ਕਰਦੇ ਹਾਂ? ਦੇਖੋ ਆ ਤੇ ਮੈਂ ਪੁਆਇੰਟ ਜੋੜੇ ਹੈਗੇ, ਇਹਦਾ ਮਤਲਬ ਕੀ ਹੈਗਾ ਆ? ਵੀ ਗੈਟ ਅ ਸਟ੍ਰੇਟ ਲਾਈਨ। ਠੀਕ ਹੈ, ਹੁਣ ਮੰਨ ਲਓ ਲਾਈਨ ਸਾਡੀ ਇੱਥੋਂ ਲੈ ਕੇ ਇੱਥੋਂ ਤੱਕ ਆ। ਹੁਣ ਲਾਈਨ ਨੂੰ ਅਸੀਂ ਕੀ ਨਾਪ ਸਕਦੇ ਹਾਂ? ਹੁਣ ਲਾਈਨ ਅਸੀਂ ਕਹਿ ਸਕਦੇ 5 ਸੈਂਟੀਮੀਟਰ ਹੈਗੀ, 4 ਸੈਂਟੀਮੀਟਰ ਹੈਗੀ, 5 ਸੈਂਟੀਮੀਟਰ ਹੈਗੀ, 10 ਸੈਂਟੀਮੀਟਰ। ਉਹ ਅਸੀਂ ਕੀ ਨਾਪ ਰਹੇ ਹਾਂ? ਉਹਦੀ ਲੈਂਥ ਨਾਪ ਰਹੇ ਹਾਂ। ਅਸੀਂ ਇੱਕੋ ਚੀਜ਼ ਨਾਪ ਰਹੇ ਹਾਂ। ਵੀ ਆਰ ਮੇਜਰਿੰਗ ਓਨਲੀ ਵਨ ਥਿੰਗ, ਇਟ ਮੀਨਸ ਇੱਕ ਡਾਇਮੈਂਸ਼ਨ। ਐਂਡ ਲਾਈਨ ਇਜ਼ ਆਲਵੇਜ਼ 1D। ਆਪਾਂ ਉਹਦੀ ਇੱਕ ਚੀਜ਼ ਨਾਪ ਸਕਦੇ। ਜੇ ਸਾਡੀ ਲਾਈਨ ਇੱਦਾਂ ਹੈਗੀ ਆ ਤੇ ਉਹਦੀ ਲੰਬਾਈ ਹੋਗੀ। ਜੇ ਲਾਈਨ ਸਾਡਾ ਖੰਭਾ ਲੱਗਾ ਹੋਇਆ, ਜਿੱਦਾਂ ਹੁਣ ਆਪਾਂ ਟ੍ਰਿਗਨੋਮੈਟਰੀ 'ਚ ਕਰਕੇ ਹਟੇ ਹਾਂ, ਠੀਕ ਹੈ, ਉੱਥੇ ਖੰਭਾ ਸੀਗਾ, ਉਹਦੇ ਵਿੱਚ ਉਹਦੀ ਲੰਬਾਈ ਜਦੋਂ ਅਸੀਂ ਨਾਪੀ, ਉਹਦੀ ਹਾਈਟ ਦੀ ਗੱਲ ਕਰ ਰਹੇ ਸੀਗੇ। ਮਤਲਬ ਜਦੋਂ ਅਸੀਂ ਇੱਕ ਪਰਟੀਕੂਲਰ ਆਬਜੈਕਟ ਦੀ, ਪਰਟੀਕੂਲਰ ਚੀਜ਼ ਦੀ ਅਸੀਂ ਇੱਕੋ ਚੀਜ਼ ਨਾਪ ਰਹੇ ਹਾਂ, ਉਹ ਸਾਡੀ ਆ ਗਈ 1D। ਠੀਕ ਹੈ ਜੀ, ਹੁਣ ਦੇਖੋ ਜਦੋਂ ਲਾਈਨਸ ਆਪਸ ਵਿੱਚ ਮਿਲੀਆਂ, ਲਾਈਨਸ ਜਦੋਂ ਆਪਸ ਵਿੱਚ ਮਿਲਦੀਆਂ ਆ, ਉਹ ਕੀ ਬਣਦੀਆਂ ਆ? ਉਹ ਸਾਡਾ ਇੱਕ ਪਲੇਨ ਸਰਫੇਸ ਬਣ ਜਾਂਦਾ ਆ। ਠੀਕ ਹੈ ਜੀ, ਪਲੇਨ ਸਰਫੇਸ ਬਣ ਜਾਂਦਾ ਆ। ਹੁਣ ਉਸ ਕੇਸ ਦੇ ਵਿੱਚ ਜਦੋਂ ਲਾਈਨਸ ਮਿਲੀਆਂ ਆਪਸ ਵਿੱਚ, ਦੇਖੋ ਇਹ ਹੋ ਗਈ ਸਾਡੀ ਲੰਬਾਈ, ਇਹ ਹੋ ਗਈ ਸਾਡੀ ਚੌੜਾਈ। ਠੀਕ ਹੈ, ਹੁਣ ਅਸੀਂ ਦੋ ਚੀਜ਼ਾਂ ਨਾਪ ਰਹੇ ਹਾਂ। ਜਦੋਂ ਲਾਈਨਸ ਆਪਸ 'ਚ ਮਿਲੀਆਂ, ਇੱਕ ਸਰਫੇਸ ਬਣਿਆ, ਉਸ ਵਿੱਚ ਅਸੀਂ ਦੋ ਚੀਜ਼ਾਂ ਨਾਪ ਸਕੇ, ਲੈਂਥ ਤੇ ਬ੍ਰੈਡਥ। ਇੱਥੇ ਸਾਡਾ ਕੀ ਬਣ ਗਿਆ? ਦਿਸ ਬਿਕਮਸ ਅਵਰ 2D। ਦੇਖੋ ਕਿਵੇਂ 1D ਸੀਗਾ ਪਹਿਲਾਂ, ਡਾਇਮੈਂਸ਼ਨਲੈਸ ਸੀਗੇ, ਫਿਰ ਦੈਨ ਵੀ ਕਮ ਟੂ 1D, ਦੈਨ ਵੀ ਕਮ ਟੂ 2D। ਹੁਣ ਦੇਖੋ ਆ ਤੁਹਾਡੇ ਸਕਰੀਨ ਤੇ ਇੱਕ ਮੈਂ ਕ੍ਰਿਕਟ ਦੀ ਪਿਚ ਦਿਖਾਈ ਹੈਗੀ ਆ। ਠੀਕ ਹੈ, ਹੁਣ ਕ੍ਰਿਕਟ ਦੀ ਪਿਚ ਇੰਨੀ ਕੁ ਹੈਗੀ ਆ। ਠੀਕ ਹੈ, ਇਹ ਕਿਸ ਸ਼ੇਪ ਦੀ ਹੈਗੀ ਆ? ਦਿਸ ਇਜ਼ ਅ ਫਾਰਮ ਆਫ ਅ ਰੈਕਟੈਂਗਲ। ਲੈਂਥ ਇਹਦੀ ਆ ਹੋ ਗਈ, ਇਹਦੀ ਬ੍ਰੈਡਥ ਆ ਹੋ ਗਈ। ਠੀਕ ਹੈ ਜੀ, ਐਂਡ ਇਹ ਕਿਹੜੀ ਇਮੇਜ ਹੋ ਗਈ? ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ, ਦਿਸ ਇਜ਼ ਅ 2D ਇਮੇਜ। ਠੀਕ ਹੈ ਜੀ, ਹੁਣ ਮੈਂ ਕਹਾਂ ਕਿ ਜਿੰਨਾ ਕਿ ਬਰਾਊਨ ਪੋਰਸ਼ਨ ਹੈਗਾ, ਇਹ ਹੈ ਕੀ ਆ ਐਕਚੁਅਲੀ? ਦਿਸ ਇਜ਼ ਦ ਏਰੀਆ, ਜਿਹਨੂੰ ਆਪਾਂ ਪੰਜਾਬੀ 'ਚ ਖੇਤਰਫਲ ਕਹਿੰਦੇ ਆ। ਹੁਣ ਧਿਆਨ ਦੇਣਾ, 2D ਦਾ ਅਸੀਂ ਹਮੇਸ਼ਾ ਏਰੀਆ ਪਤਾ ਕਰ ਸਕਦੇ ਹਾਂ। ਠੀਕ ਹੈ ਜੀ, 1D ਦੀ ਲੰਬਾਈ,
2D ਦਾ ਏਰੀਆ। ਠੀਕ ਹੈ ਜੀ। ਹੁਣ ਦੇਖੋ ਕਿ 2D ਤੋਂ 3D ਕਿਵੇਂ ਬਣੇਗਾ। ਮੰਨ ਲਓ ਹੁਣ ਸਾਡੇ ਕੋਲ ਦਿਸ ਇਜ਼ ਅ ਰੈਕਟੈਂਗਲ, ਰੈਕਟੈਂਗਲ ਇਜ਼ ਆਲਵੇਜ਼ ਅ 2D, ਰੈਕਟੈਂਗਲ ਹੋ ਗਿਆ, ਆਇਤ ਹੋ ਗਿਆ, ਸਕੁਅਰ ਹੋ ਗਿਆ, ਉਹ ਸਾਰੇ 2D ਨੇ। ਹੁਣ 2D ਜਦੋਂ ਆਪਸ ਵਿੱਚ ਜੁੜਦੇ ਨੇ ਉਹ ਕਿਵੇਂ ਬਣਦੇ ਨੇ। ਹੁਣ ਜਿਵੇਂ ਸਕਰੀਨ ਤੇ ਤੁਹਾਡਾ ਇੱਕ ਵਾਲ ਆ ਰਹੀ ਹੈ ਨਜ਼ਰ, ਇਹ ਬੰਦਾ ਕੀ ਹੈਗਾ ਇੱਥੇ ਪੇਂਟ ਕਰ ਰਿਹਾ। ਠੀਕ ਹੈ ਜੀ, ਪੇਂਟ ਕਰ ਰਿਹਾ, ਇਹਦਾ ਮਤਲਬ ਇਹ ਕਿਸ ਨਾਲ ਡੀਲ ਕਰ ਰਿਹਾ, ਇਹਦੇ ਖੇਤਰਫਲ ਨਾਲ ਡੀਲ ਕਰ ਰਿਹਾ। ਕਈ ਕੁਐਸਚਨਸ ਅਸੀਂ ਕਰਦੇ ਹੈਗੇ ਆ, ਫਲਾਣੇ ਵਾਲ ਨੂੰ ਪੇਂਟ ਕਰਨ ਦਾ 1 ਸਕੁਅਰ ਮੀਟਰ ਦਾ ਇੰਨਾ ਰੁਪਈਆ ਹੈਗਾ ਤੇ ਟੋਟਲ ਕੰਧ ਨੂੰ ਪੇਂਟ ਕਰਨ ਦਾ ਕਿੰਨਾ ਰੁਪਈਆ ਹੋਏਗਾ। ਠੀਕ ਹੈ, ਉਸ ਕੇਸ ਦੇ ਵਿੱਚ ਅਸੀਂ ਖੇਤਰਫਲ ਦੀ ਗੱਲ ਕਰਾਂਗੇ ਕਿਉਂਕਿ ਉਹ ਠੀਕ ਹੈ ਅਸੀਂ 2D 'ਚ ਗੱਲ ਕਰ ਰਹੇ ਹਾਂ। ਹੁਣ ਸਪੋਜ਼ ਕਰੋ ਇਹੋ ਜਿਹੀਆਂ ਸਾਡੇ ਕੋਲ ਵਾਲਸ ਜਿਹੜੀਆਂ ਹੈਗੀਆਂ ਉਹ 4 ਹੈਗੀਆਂ। ਠੀਕ ਹੈ, ਦੇਖੋ 4 ਜਿਹੜੀਆਂ ਵਾਲਸ ਹੈਗੀਆਂ, ਅਸੀਂ 4 ਦੀਵਾਰੀ ਦੇ ਕੁਐਸਚਨ ਵੀ ਆਪਣਾ 9th ਕਲਾਸ ਦੇ ਵਿੱਚ ਕਰ ਚੁੱਕੇ ਹਾਂ। ਠੀਕ ਹੈ ਜੀ, ਪਹਿਲੀ ਵਾਲ, ਦੂਜੀ ਵਾਲ, ਤੀਜੀ ਵਾਲ ਤੇ ਚੌਥੀ ਵਾਲ, ਔਰ 4 ਵਾਲਸ ਨੂੰ ਮਿਲ ਕੇ ਇਹਨਾਂ ਨੇ ਕਮਰਾ ਤਿਆਰ ਕਰ ਲਿਆ। ਹਾਂ, ਉਸ ਕਮਰੇ ਦੀ ਅਜੇ ਨਾ ਛੱਤ ਹੈਗੀ ਨਾ ਉਹਦਾ ਫਰਸ਼ ਹੈਗਾ। ਠੀਕ ਹੈ, ਹੁਣ ਦੇਖੋ ਆ ਵੀ 2D, ਦਿਸ ਇਜ਼ ਅ 2D ਇਮੇਜ, ਦਿਸ ਇਜ਼ ਅ 2D ਇਮੇਜ, ਦਿਸ ਇਜ਼ ਅ 2D ਇਮੇਜ। ਆ 2D ਇਮੇਜ ਜਦੋਂ ਮਿਲੀਆਂ ਇਹਨਾਂ ਨੇ ਇੱਕ ਸੋਲਿਡ ਸ਼ੇਪ ਬਣਾਈ ਹੈ, ਇੱਕ ਚੀਜ਼ ਬਣਾਈ ਹੈ ਜਿਹੜੀ ਕਿ ਇੱਕ ਸਾਡਾ ਸਪੇਸ ਕਵਰ ਕਰ ਰਹੀ ਹੈ। 2D ਇਮੇजेस ਮਿਲ ਕੇ ਕੀ ਬਣ ਗਈਆਂ 3D। ਹੁਣ ਮੈਂ ਤੁਹਾਨੂੰ ਹੁਣੇ ਪਹਿਲਾਂ ਕਹਿ ਚੁੱਕੀ ਹਾਂ 2D ਦਾ ਅਸੀਂ ਖੇਤਰਫਲ ਦੀ ਗੱਲ ਕਰਦੇ ਹਾਂ। ਇਹਦਾ ਮਤਲਬ ਜਿਹੜੀਆਂ ਇਹ 4 ਕੰਧਾਂ ਹੈਗੀਆਂ ਆ ਇਹਨਾਂ ਦੀ ਜਦੋਂ ਅਸੀਂ ਗੱਲ ਕਰਨੀ ਆ ਇਹਨਾਂ ਦੇ ਅਸੀਂ ਖੇਤਰਫਲ ਦੀ ਗੱਲ ਕਰਾਂਗੇ। ਠੀਕ ਹੈ ਜੀ, ਬਾਹਰ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਦਾ ਅਸੀਂ ਖੇਤਰਫਲ ਪਤਾ ਕਰ ਸਕਦੇ ਹਾਂ। ਇਹੀ ਹੁੰਦਾ ਆ ਸਤ੍ਹਾ ਦਾ ਖੇਤਰਫਲ, ਬਿਕੋਜ਼ ਦਿਸ ਇਜ਼ ਅ ਪਲੇਨ ਸਰਫੇਸ। ਪਲੇਨ ਸਰਫੇਸ ਦਾ ਅਸੀਂ ਖੇਤਰਫਲ ਪਤਾ ਕਰ ਸਕਦੇ। ਐਂਡ ਜਦੋਂ 2D ਤੋਂ ਬਣ ਗਈ 3D, ਤੇ 3D ਦਾ ਹੁਣ ਅਸੀਂ ਕੀ ਪਤਾ ਕਰਾਂਗੇ। ਦੇਖੋ ਦਿਸ ਇਜ਼ ਅ 3D ਇਮੇਜ ਜਿਹਦੀ ਖਾਲੀ ਜਿਹੜੇ ਅਸੀਂ ਪਾਰਟਸ ਹੈਗੇ ਆ, ਇਮੇਜ ਸਾਡੀ 3D ਆ ਬਟ ਇਹਦੇ ਜਿਹੜੇ ਕੰਧਾਂ ਹੈਗੀਆਂ ਇਹਨਾਂ ਦੇ ਅਸੀਂ ਕੀ ਕੀਤਾ ਹੈਗਾ ਖੇਤਰਫਲ ਪਤਾ ਕੀਤਾ ਹੈ। ਤੇ ਫਿਰ ਵੋਲਿਊਮ ਕੀ ਹੈਗਾ ਦੇਖੋ ਹੁਣ ਇਹ ਡੱਬਾ ਹੈਗਾ, ਇਹਦੇ ਜਿਹੜੇ 4 ਵਾਲਸ ਹੈਗੇ ਸੀਗੇ। ਠੀਕ ਹੈ, ਇੱਕ ਆਹ ਵਾਲ ਹੋ ਗਈ, ਇੱਕ ਆਹ ਵਾਲ ਹੋ ਗਈ, ਇਹ ਘੁੰਮ ਰਹੀ ਆ। ਠੀਕ ਹੈ, ਹੁਣ ਛੱਤ ਵੀ ਹੋ ਗਈ, ਪੈਰ ਵੀ ਹੈਗਾ ਇਹਦਾ। ਠੀਕ ਹੈ, ਇਹ ਸਾਰੇ ਦਾ ਸਾਰਾ ਜਿੰਨਾ ਵੀ ਤੁਹਾਡਾ ਬਰਾਊਨ ਤੁਹਾਨੂੰ ਚੀਜ਼ ਨਜ਼ਰ ਆ ਰਹੀ ਹੈ, ਬਰਾਊਨ ਪੇਪਰ ਹੈਗਾ ਜਾਂ ਜਿਸ ਚੀਜ਼ ਨਾਲ ਇਹ ਕਵਰ ਕੀਤਾ ਆ, ਇਹ ਸਾਰੀ ਬਰਾਊਨ ਪੇਪਰ ਦਾ ਅਸੀਂ ਕੀ ਕੱਢ ਸਕਦੇ ਬੱਚਿਓ, ਅਸੀਂ ਇਹਦਾ ਏਰੀਆ ਕੱਢ ਸਕਦੇ, ਅਸੀਂ ਇਹਦਾ ਖੇਤਰਫਲ ਕੱਢ ਸਕਦੇ, ਜਿਹਨੂੰ ਅਸੀਂ ਕੀ ਕਹਿੰਦੇ ਹੈਗੇ ਸਰਫੇਸ ਏਰੀਆ। ਸਰਫੇਸ ਮੀਨਸ ਸਤ੍ਹਾ ਦਾ ਖੇਤਰਫਲ, ਸਰਫੇਸ ਏਰੀਆ। ਉੱਪਰ ਵਾਲਾ ਪੋਰਸ਼ਨ ਦਾ ਖੇਤਰਫਲ, ਠੀਕ ਹੈ, ਨੀਚੇ ਵਾਲੇ ਪੋਰਸ਼ਨ ਦਾ ਖੇਤਰਫਲ। ਤੇ ਆਇਤਨ ਕੀ ਹੈਗਾ ਆ, ਜਿਹੜਾ ਵੀ ਸਾਡਾ ਡਾਇਗਰਾਮ ਹੈਗੀ, ਜਿਹੜੀ ਵੀ ਸਾਡੀ 3D ਸ਼ੇਪ ਹੈਗੀ ਆ, ਠੀਕ ਹੈ, ਉਹਦੇ ਅੰਦਰ ਉਹ ਕਿੰਨੀ ਕੁ ਸਪੇਸ ਕਵਰ ਕਰ ਰਿਹਾ, ਉਹ ਹੈਗਾ ਸਾਡਾ ਉਹਦਾ ਆਇਤਨ, ਉਹ ਹੈਗੇ ਸਾਡੀ ਉਹਦੀ ਵੋਲਿਊਮ। ਠੀਕ ਹੈ ਜੀ, ਸਿੰਪਲ ਜੀ ਗੱਲ 'ਚ ਮੈਂ ਜੇ ਤੁਹਾਨੂੰ ਸਮਝਾਣਾ ਉਹ ਕੀ ਹੈਗਾ ਆ, ਉਹਦੀ ਜਿਹੜੀ ਆਊਟਰ ਬਾਉਂਡਰੀਜ਼ ਹੈਗੀਆਂ ਆ ਉਹਨਾਂ ਦਾ ਅਸੀਂ ਖੇਤਰਫਲ ਪਤਾ ਕਰ ਸਕਦੇ ਹਾਂ। ਉਸੇ ਚੀਜ਼ ਨੇ ਅੰਦਰ ਚੀਜ਼ ਕਿੰਨੀ ਕੁ ਕੰਟੇਨ ਕਰ ਸਕਦਾ ਆ, ਉਹ ਉਹਦਾ ਕੀ ਹੈਗਾ ਵੋਲਿਊਮ ਹੈਗਾ ਆ। ਇੱਕ ਡਾਇਗਰਾਮ ਲਾਸਟ ਜਿਹਦੇ ਨਾਲ ਤੁਹਾਨੂੰ ਕਲੀਅਰ ਹੋ ਜੇ। ਸ਼ਾਇਦ ਹੁਣ ਤੁਹਾਡੇ ਕੋਲ ਦੇਖੋ ਇੱਥੇ ਸਾਹਮਣੇ ਇੱਕ ਬੋਟਲ ਤੇ ਇੱਕ ਗਲਾਸ ਹੈਗਾ ਆ, ਗਲਾਸ ਦੇ ਅੰਦਰ ਕਿੰਨਾ ਕੁ ਪਾਣੀ ਪਏਗਾ ਉਹ ਉਹਦੀ ਕੀ ਹੈਗੀ ਆ, ਉਹਦੀ ਵੋਲਿਊਮ ਹੈਗੀ ਆ। ਠੀਕ ਹੈ, ਉਸੇ ਤਰ੍ਹਾਂ ਬੋਟਲ ਦੇ ਵਿੱਚ ਕਿੰਨਾ ਪਾਣੀ ਉਹ ਸਟੋਰ ਕਰ ਸਕਦੀ ਆ, ਉਹਦਾ ਆਇਤਨ ਹੈਗਾ। ਠੀਕ ਹੈ ਜੀ, ਹੁਣ ਜੇ ਤੁਸੀਂ ਬਾਹਰ ਜਿਹੜਾ ਤੁਹਾਡਾ ਗਲਾਸ ਹੈਗਾ ਆ ਇਹਨੂੰ ਤੁਸੀਂ ਪੇਂਟ ਕਰਨਾ ਜਾਂ ਇਹਨੂੰ ਕੁਝ ਕਰਨਾ ਹੈਗਾ, ਠੀਕ ਹੈ, ਉਹਦਾ ਜਿਹੜੇ ਬਾਹਰ ਸਤ੍ਹਾ ਹੈਗੀ ਆ ਉਹਨੂੰ ਜਦੋਂ ਤੁਸੀਂ ਕਲਰ ਕਰਨਾ ਜਾਂ ਪੇਂਟ ਕਰਨਾ, ਉਹ ਕੀ ਹੈਗਾ ਉਸੇ ਚੀਜ਼ ਦਾ ਅਸੀਂ ਕੀ ਕਰਾਂਗੇ ਏਰੀਆ, ਉਹ ਇਹਦਾ ਏਰੀਆ ਡਿਸਾਈਡ ਕਰੇਗਾ ਕਿ ਕਿੰਨਾ ਪੇਂਟ ਲੱਗੇਗਾ ਜਾਂ ਕਿੰਨਾ ਕੁਝ ਲੱਗੇਗਾ। ਹਾਂ, ਵੋਲਿਊਮ ਕੀ ਡਿਸਾਈਡ ਕਰੇਗੀ, ਕਿੰਨੀ ਕੁਆਂਟਿਟੀ ਅੰਦਰ ਜਾਏਗੀ, ਉਹਦੇ ਅੰਦਰ ਕਿੰਨੀ ਕੁਆਂਟਿਟੀ ਜਾਏਗੀ। ਠੀਕ ਹੈ, ਉਹ ਕਿੰਨੀ ਕੁ ਕੁਆਂਟਿਟੀ ਹੋਲਡ ਕਰ ਸਕਦੀ, ਉਹ ਕੀ ਹੈਗੀ ਸਾਡੀ ਵੋਲਿਊਮ। ਠੀਕ ਹੈ ਜੀ, ਆਈ ਹੋਪ ਸੋ ਤੁਹਾਨੂੰ ਕਲੀਅਰ ਹੋ ਗਿਆ ਆ ਵਾਟ ਇਜ਼ ਦ ਡਿਫਰੈਂਸ ਬਿਟਵੀਨ 1D 2D 3D। ਠੀਕ ਹੈ, ਤੇ ਨਾਲ ਹੀ ਤੁਹਾਡੇ ਆਇਤਨ ਕੀ ਹੁੰਦਾ ਆ, ਤੁਹਾਡਾ ਸਰਫੇਸ ਏਰੀਆ ਕੀ ਹੁੰਦਾ ਆ। ਠੀਕ ਹੈ ਜੀ, ਹੁਣ 9th ਕਲਾਸ ਦੇ ਵਿੱਚ ਅਸੀਂ ਸੋਲਿਡ ਸ਼ੇਪਸ ਕੀਤੀਆਂ ਸੀਗੀਆਂ, ਕਿਊਬ ਹੋ ਗਈ, ਸਫੇਅਰ ਹੋ ਗਈ, ਪਿਰਾਮਿਡ, ਸਿਲੰਡਰ, ਕੋਨ, ਟ੍ਰਾਇੰਗੂਲਰ, ਹੈ ਇਹ ਸਾਰੇ ਕੀਤੇ ਸੀਗੇ। ਆ ਟ੍ਰਾਇੰਗੂਲਰ ਪ੍ਰਿਜ਼ਮ ਤੇ ਨਹੀਂ ਸੀ ਕੀਤਾ। ਦੇਖੋ ਹੁਣ ਆ ਸਿਲੰਡਰ ਹੈਗਾ ਆ, ਇਹਦਾ ਜਿੰਨਾ ਕੁ ਪੋਰਸ਼ਨ ਜਿਹੜਾ ਬਾਰ ਹੈਗਾ ਆ, ਬਾਹਰਲਾ ਪੋਰਸ਼ਨ, ਠੀਕ ਹੈ ਜੀ, ਇਹ ਹੈਗਾ ਇਹਦਾ ਖੇਤਰਫਲ, ਜਿਹੜਾ ਰਾਊਂਡ ਹੈਗਾ ਆ, ਠੀਕ ਹੈ, ਆਲੇ ਦੁਆਲੇ ਨੂੰ ਹੁੰਦਾ ਉਹਨੂੰ ਆਪਾਂ ਕਰਵਡ ਕਹਿੰਦੇ ਆ। ਜਿਹੜਾ ਉੱਪਰ ਬੇਸ ਦਾ ਤੇ ਉਹਦੇ ਛੱਤ ਦਾ ਹੁੰਦਾ, ਜਦੋਂ ਸਾਰਾ ਮਿਲ ਜਾਂਦਾ ਫਿਰ ਕੁੱਲ ਸਤ੍ਹਾ ਦਾ ਖੇਤਰਫਲ ਹੋ ਜਾਂਦਾ ਆ। ਠੀਕ ਹੈ ਜੀ, ਉਹ ਹੈਗਾ ਖੇਤਰਫਲ। ਹਾਂ, ਸਿਲੰਡਰ ਦੇ ਅੰਦਰ ਤੁਸੀਂ ਕਿੰਨੀ ਕੁ ਚੀਨੀ ਪਾ ਸਕਦੇ ਹੋ, ਕਿੰਨਾ ਕੁ ਪਾਣੀ ਭਰ ਸਕਦੇ ਹੋ, ਉਹ ਹੈਗਾ ਉਹਦੀ ਵੋਲਿਊਮ। ਠੀਕ ਹੈ ਜੀ, ਹੁਣ 10ਵੀਂ ਕਲਾਸ ਦੇ ਵਿੱਚ ਅਸੀਂ ਕੀ ਕਰਨਾ ਆ, ਇੱਥੋਂ ਤੱਕ ਤੇ ਕੀਤੀਆਂ ਸੀਗਾ 3D ਸ਼ੇਪਸ। 10ਵੀਂ ਕਲਾਸ 'ਚ ਕੀ ਕਰਨਾ ਆ, ਜਿਹੜੀਆਂ ਸ਼ੇਪਸ ਹੈਗੀਆਂ ਉਹ ਆਪਸ 'ਚ ਜੁੜ ਗਈਆਂ ਨੇ, ਮਤਲਬ 2 ਸ਼ੇਪਸ। ਠੀਕ ਹੈ ਜੀ, ਹੁਣ 2 ਸ਼ੇਪਸ ਕਿਵੇਂ ਆ, ਹੁਣ ਮੰਨ ਲਓ ਸਾਡੇ ਕੋਲ ਕੀ ਹੈਗੀ ਆ ਸਰਦੀ ਦਾ ਮੌਸਮ, ਬਟ
ਅਸੀਂ ਆਈਸਕ੍ਰੀਮ ਦੀ ਗੱਲ ਕਰ ਰਹੇ ਹਾਂ। ਨੀਚੇ ਸਾਡਾ ਕੋਨ ਹੈਗਾ ਆ, ਉੱਪਰ ਸਾਡੀ ਸੌਫਟੀ ਦੀ ਉਹਨਾਂ ਨੇ ਕਰੀਮ ਪਾਈ ਆ ਸਟ੍ਰਾਬੇਰੀ ਫਲੇਵਰ ਦੀ, ਠੀਕ ਹੈ ਜੀ। ਨੀਚੇ ਦਾ ਜਿਹੜਾ ਇਹਦਾ ਕੁੱਪਾ ਜਿਹਾ ਹੈਗਾ ਇਹ ਕਿਹੜੀ ਸ਼ੇਪ ਦਾ ਹੈਗਾ, ਇਹ ਹੈਗਾ ਆ ਕੋਨ ਦੀ ਸ਼ੇਪ ਦਾ, ਠੀਕ ਹੈ ਜੀ। ਉੱਪਰ ਜਿਹੜੀ ਆਈਸਕ੍ਰੀਮ ਇਹਨਾਂ ਨੇ ਬਹੁਤ ਹੀ ਟੇਸਟੀ ਪਾਈ ਹੈਗੀ, ਇਹ ਕਿਹਦੀ ਹੈਗੀ, ਇਹ ਅਰਧ ਗੋਲਾ ਹੈਗਾ, ਦਿਸ ਇਜ਼ ਅ ਹੈਮੀਸਫੀਅਰ, ਠੀਕ ਹੈ ਜੀ, ਹੈਮੀਸਫੀਅਰ। ਇਹਦਾ ਮਤਲਬ ਦੋ ਸ਼ੇਪਸ ਇਹਨਾਂ ਨੇ ਮਿਲਾਈਆਂ, ਕੋਨ ਦੀ ਤੇ ਉਹਦੇ ਨਾਲ ਜੋੜਿਆ ਹੈਗਾ ਹੈਮੀਸਫੀਅਰ। ਹੁਣ ਇਹਦੇ ਨਾਲ ਰਿਲੇਟਿਡ ਅਸੀਂ 10ਵੀਂ ਕਲਾਸ ਦੇ ਵਿੱਚ ਸਮਝ ਕਰਾਂਗੇ ਕਿ ਜਦੋਂ ਦੋ ਸ਼ੇਪਸ ਆਪਸ ਵਿੱਚ ਜੁੜ ਗਈਆਂ ਫਿਰ ਉਹਨਾਂ ਦਾ ਖੇਤਰਫਲ ਕੀ ਹੋਏਗਾ ਜਾਂ ਉਹਦਾ ਆਇਤਨ ਕੀ ਹੋਏਗਾ, ਠੀਕ ਹੈ। ਹੁਣ ਅੱਜ ਦੀ ਜਿਹੜੀ ਅਸਾਈਨਮੈਂਟ ਹੈਗੀ ਉਹਦੇ ਵਿੱਚ ਅਸੀਂ ਕੈਪਸੂਲ ਦੀ ਗੱਲ ਕਰਨੀ ਆ, ਠੀਕ ਹੈ। ਹੁਣ ਕੈਪਸੂਲ ਕੀ ਹੈਗਾ ਆ, ਦੇਖੋ ਇਹਨੂੰ ਮੈਂ ਦੋਵੇਂ ਪਾਸੇ ਤੋਂ ਤੋੜੂੰਗੀ ਤੇ ਕੀ ਬਣ ਗਿਆ, ਸੈਂਟਰ ਵਾਲਾ ਜਿਹੜਾ ਹੈਗਾ ਦਿਸ ਇਜ਼ ਅ ਕਿਊਬੋਇਡ, ਸੌਰੀ ਦਿਸ ਇਜ਼ ਅ ਸਿਲੰਡਰ, ਠੀਕ ਹੈ ਜੀ। ਇੱਕ ਪਾਸੇ ਸਿਲੰਡਰ ਹੈਗਾ, ਇਸ ਪਾਸੇ ਫਿਰ ਹੈਮੀਸਫੀਅਰ ਆ, ਇਸ ਪਾਸੇ ਫਿਰ ਹੈਮੀਸਫੀਅਰ ਹੈਗਾ ਆ, ਠੀਕ ਹੈ ਜੀ। ਇਹਨੂੰ ਤੋੜ ਕੇ ਆਪਾਂ ਕੁਐਸਚਨ ਸੋਲਵ ਕਰਨੇ, ਕੁਐਸਚਨ ਉਹੀ ਜਿਹੜੇ ਫਾਰਮੂਲੇ ਅਸੀਂ 9th ਕਲਾਸ ਵਿੱਚ ਆਲਰੇਡੀ ਕਰ ਚੁੱਕੇ ਹਾਂ, ਬਸ ਅਸੀਂ ਉਹਨੂੰ ਅਪਲਾਈ ਕਰਨਾ ਹੈਗਾ ਆ ਤੋੜ ਕੇ ਡਿਫਰੈਂਟ ਤਰੀਕੇ ਨਾਲ, ਠੀਕ ਹੈ ਜੀ। ਬਸ ਜਿਵੇਂ ਆ ਡਾਇਗਰਾਮਸ ਹੈਗੀ, ਟੈਂਟ ਵੀ ਹੈਗੀ ਹੈ, ਕੀ ਹੈਗੀ ਹੈ ਕੋਨ, ਤੁਹਾਡੀ ਸਿਲੰਡਰ ਦੇ ਉੱਤੇ ਕੀ ਹੈਗੀ ਹੈ, ਤੁਹਾਡੀ ਇੱਕ ਕੋਨ ਉੱਪਰ ਬਣਾਇਆ ਹੈਗਾ ਆ। ਹੁਣ ਆ ਗੁੜੀਆ ਜੀ ਹੈਗੀ ਆ, ਨੀਚੇ ਹੈਮੀਸਫੀਅਰ ਹੈਗਾ ਹੈ, ਉੱਪਰ ਕੋਨ ਹੈਗਾ ਆ, ਠੀਕ ਹੈ। ਉਹਦੇ ਨਾਲ ਕੀ ਹੈਗੇ ਫਾਰਮੂਲੇ ਅਸੀਂ ਦੁਬਾਰਾ ਆਪਣੀ 9th ਕਲਾਸ ਵਾਲੇ ਸਾਰੇ ਦੇ ਸਾਰੇ ਰਿਵਾਈਜ਼ ਕਰਨੇ ਆ, ਤੁਹਾਡੀ ਅਸਾਈਨਮੈਂਟ ਵਿੱਚ ਵੀ ਇਹ ਦਿੱਤੇ ਹੈਗੇ, ਠੀਕ ਹੈ। ਉੱਥੇ ਇੱਕ ਵਾਰੀ ਸਾਰੇ ਫਾਰਮੂਲੇ ਰਿਵਾਈਜ਼ ਕਰਕੇ ਆਪਣੀ ਕਾਪੀ ਤੇ ਜ਼ਰੂਰ ਨੋਟ ਡਾਊਨ ਕਰੋ। ਤੇ ਹੁਣ ਆਪਾਂ ਸਿੱਧਾ ਜਿਹੜਾ ਹੈਗਾ ਕੁਐਸਚਨ ਵੱਲ ਚੱਲਦੇ ਹਾਂ। ਫਸਟ ਕੁਐਸਚਨ ਹੈਗਾ ਸਾਡਾ, ਦਵਾਈ ਦੀ ਇੱਕ ਕੈਪਸੂਲ ਇੱਕ ਬੇਲਨ ਆਕਾਰ ਦਾ ਹੈ ਜਿਸ ਦੇ ਦੋਵਾਂ ਸਿਰਿਆਂ ਤੇ ਇੱਕ ਅਰਧ ਗੋਲਾ ਲੱਗਾ ਹੋਇਆ ਹੈ, ਠੀਕ ਹੈ। ਸਾਡੇ ਕੋਲ ਕੀ ਹੈਗੇ ਆ, ਇੱਕ ਮੈਡੀਸਿਨ ਹੈਗੀ ਆ, ਉਹਦਾ ਜਿਹੜਾ ਕੈਪਸੂਲ ਹੈਗਾ ਉਹ ਸਾਡੇ ਕੋਲ ਹੈਗਾ, ਉਹਦੀ ਆਕਾਰ ਕਿੱਦਾਂ ਦਾ ਹੈਗਾ ਆ, ਸੈਂਟਰ 'ਚ ਉਹ ਬੇਲਨ ਦੇ ਆਕਾਰ ਦਾ ਹੈਗਾ ਆ, ਜਿਹਦੇ ਦੋਵੇਂ ਪਾਸੇ ਤੇ ਕੀ ਹੈਗਾ, ਇੱਕ ਅਰਧ ਗੋਲਾ ਹੈਗਾ, ਠੀਕ ਹੈ। ਅਸੀਂ ਸਾਰਿਆਂ ਨੇ ਕੈਪਸੂਲ ਤੇ ਦੇਖਾ ਹੈਗਾ, ਠੀਕ ਹੈ। ਉਹਦੀ ਡਾਇਗਰਾਮ ਦੇਖੋ, ਜਿਹੜੀ ਪਹਿਲੀ ਡਾਇਗਰਾਮ ਹੈਗੀ ਉਹ ਦਿੱਤੀ ਹੋਈ ਹੈ ਤੁਹਾਡੇ ਕੋਲ। ਕੁਐਸਚਨ ਅੱਗੇ ਕੀ ਹੈਗਾ, ਪੂਰੇ ਕੈਪਸੂਲ ਦੀ ਲੰਬਾਈ, ਹੁਣ ਜਿਹੜਾ ਪੂਰਾ ਕੈਪਸੂਲ ਹੈਗਾ ਹੈ ਉਹਦੀ ਜਿਹੜੀ ਲੰਬਾਈ ਹੈਗੀ ਆ ਉਹ ਕਿੰਨੀ ਹੈਗੀ ਆ, 14 ਮਿਲੀਮੀਟਰ, ਅਤੇ ਉਸ ਦਾ ਵਿਆਸ ਹੈਗਾ ਆ ਕਿੰਨਾ, 5 ਮਿਲੀਮੀਟਰ। ਵਿਆਸ ਮਤਲਬ ਕੀ ਹੋਇਆ, ਉਹਦਾ ਜਿਹੜਾ ਡਾਇਮੀਟਰ ਹੈਗਾ ਉਹ ਦਿੱਤਾ ਹੋਇਆ ਹੈ 5 ਮਿਲੀਮੀਟਰ। ਇਸ ਦੀ ਸਤ੍ਹਾ ਦਾ ਕੀ ਅਸੀਂ ਕੀ ਪਤਾ ਕਰਨਾ ਹੈਗਾ, ਇਹਦਾ ਖੇਤਰਫਲ ਪਤਾ ਕਰਨਾ, ਠੀਕ ਹੈ ਜੀ। ਹੁਣ ਪਹਿਲਾ ਕੁਐਸਚਨ ਦੁਬਾਰਾ ਸਮਝਾਨੀ ਆ, ਇੱਕ ਕੈਪਸੂਲ ਹੈਗਾ ਆ, ਠੀਕ ਹੈ, ਉਹਦੀ ਪੂਰੀ ਲੰਬਾਈ ਕਿੰਨੀ ਹੈਗੀ ਆ, 14 ਮਿਲੀਮੀਟਰ, ਠੀਕ ਹੈ। ਉਹਦੇ ਦੋਵੇਂ ਪਾਸੇ ਤੇ ਅਰਧ ਗੋਲੇ ਬਣੇ ਹੋਏ ਨੇ, ਆ ਦੇਖੋ ਅਰਧ ਗੋਲੇ ਦਾ ਆਕਾਰ ਬਣਿਆ ਹੋਇਆ, ਜਿਸ ਦਾ ਜਿਹੜਾ ਵਿਆਸ ਹੈਗਾ ਆ, ਵਿਆਸ ਮਤਲਬ ਡਾਇਮੀਟਰ, ਜਿਹੜੀ ਆ ਲਾਲ ਵਾਲੀ ਭੁਜਾ ਹੈਗੀ ਆ, ਠੀਕ ਹੈ, ਇਹ ਕਿੰਨੀ ਹੈਗੀ ਆ, 5 ਮਿਲੀਮੀਟਰ ਦੇ ਬਰਾਬਰ ਹੈਗੀ। ਜੇ ਆ 5 ਹੈਗੀ ਤੇ ਇਸ ਪਾਸੇ ਵੀ 5 ਮਿਲੀਮੀਟਰ ਹੋਏਗੀ। ਜੇ ਇੱਥੋਂ ਲੈ ਕੇ ਇੱਥੋਂ ਤੱਕ 14 ਹੈਗਾ ਤੇ ਉੱਪਰ ਵਾਲਾ ਹਿੱਸਾ ਵੀ ਜਿਹੜਾ ਹੈਗਾ ਇੱਥੋਂ ਲੈ ਕੇ ਇੱਥੋਂ ਤੱਕ ਤੁਹਾਡਾ ਕਿੰਨਾ ਹੋਏਗਾ, 14 ਮਿਲੀਮੀਟਰ, ਠੀਕ ਹੈ ਜੀ। ਹੁਣ ਅਸੀਂ ਕੀ ਕਰਨਾ, ਦੇਖੋ ਕੈਪਸੂਲ ਨੂੰ ਅਸੀਂ ਦੋ ਹਿੱਸਿਆਂ 'ਚ ਡਿਵਾਈਡ ਕਰਨਾ ਹੈ, ਠੀਕ ਹੈ। ਕੈਪਸੂਲ ਨੂੰ ਅਸੀਂ ਕੀ ਕੀਤਾ, ਸੈਂਟਰ ਵਾਲਾ ਜਿਹੜਾ ਹੈਗਾ ਆ ਬੇਲਨ ਇਹ ਵੱਖਰਾ ਕਰ ਲੈਣਾ ਤੇ ਦੋਵੇਂ ਪਾਸੇ ਦੇ ਜਿਹੜੇ ਅਰਧ ਗੋਲੇ ਹੈਗੇ ਆ ਇਹ ਵੱਖਰੀ ਕਰ ਲੈਣੀ, ਜਿਹੜੀ ਕਿ ਇਸ ਡਾਇਗਰਾਮ ਵਿੱਚ ਤੁਹਾਨੂੰ ਨਜ਼ਰ ਆ ਰਿਹਾ। ਹੁਣ ਦੇਖੋ ਪੂਰੀ ਦੀ ਪੂਰੀ ਲੰਬਾਈ 14 ਮਿਲੀਮੀਟਰ ਸੀਗੀ, ਜਿਹੜਾ ਸਰਕਲ ਹੈਗਾ ਇਸ ਪਾਸੇ ਹੈਮੀਸਫੀਅਰ, ਠੀਕ ਹੈ ਜੀ, ਇਹਦਾ ਜਿਹੜਾ ਵਿਆਸ ਸੀਗਾ ਉਹ ਕਿੰਨਾ ਹੈਗਾ ਆ, 5 ਮਿਲੀਮੀਟਰ। ਦੇਖੋ ਇਹ ਇਹਦਾ ਵਿਆਸ ਕਿੰਨਾ ਆ ਗਿਆ, 5 ਮਿਲੀਮੀਟਰ। ਇਹਦਾ ਮਤਲਬ ਜਦੋਂ ਮੈਂ ਇਹਦਾ ਰੇਡੀਅਸ ਕੱਢਣਾ, ਜਦੋਂ ਮੈਂ ਇਹਦਾ ਅਰਧ ਵਿਆਸ ਕੱਢਣਾ ਉਹ 5 ਦਾ ਹਾਫ ਹੋ ਜਾਏਗਾ। ਇਹਦਾ ਮਤਲਬ ਸਾਡਾ ਜਿਹੜਾ ਰੇਡੀਅਸ ਹੈਗਾ ਆ ਉਹ ਕੀ ਹੋ ਜਾਏਗਾ, 5/2, ਠੀਕ ਹੈ ਜੀ। ਉਹਦੇ ਨਾਲ ਕੀ ਹੋਇਆ, ਜਿਹੜੀ ਸਾਡੀ ਭੁਜਾ ਆਹ ਵਾਲੀ ਹੈਗੀ ਆ, ਇਹਦੇ ਸੈਂਟਰ ਤੋਂ ਲੈ ਕੇ ਇਹ ਤੱਕ ਦੀ ਭੁਜਾ ਹੈਗੀ ਆ, ਉਹਦਾ ਜਿਹੜਾ ਰੇਡੀਅਸ ਹੈਗਾ, ਦੇਖੋ ਆ ਵੀ 5 ਹੋ ਜਾਏਗੀ, ਆ ਵੀ 5 ਹੋ ਜਾਏਗੀ, 5/2 ਤੇ ਆ ਵੀ ਹੋਏਗੀ 5/2, ਕਿਉਂਕਿ 5 ਡਾਇਮੀਟਰ ਆ, ਰੇਡੀਅਸ ਕੀ ਹੋ ਗਿਆ 5/2 ਮਤਲਬ 2.5 ਮਿਲੀਮੀਟਰ। AB ਦੀ ਲੰਬਾਈ ਜਿਹੜੀ ਹੈਗੀ ਉਹ ਕੀ ਹੋ ਗਈ, 2.5 ਮਿਲੀਮੀਟਰ, ਠੀਕ ਹੈ ਜੀ। ਇਸ ਤਰੀਕੇ ਨਾਲ ਅਸੀਂ ਇਹਨੂੰ ਤੋੜਨਾ ਹੈਗਾ। ਨਾਲ ਹੀ ਕੀ ਹੈਗਾ ਆ, ਜਿਹੜਾ ਬੇਲਨ ਹੈਗਾ ਉਹਦੀ ਕੁੱਲ ਲੰਬਾਈ ਕਿੰਨੀ ਸੀਗੀ, 14 ਮਿਲੀਮੀਟਰ। ਤੇ ਜੇ ਮੈਂ ਕੱਲੇ ਬੇਲਨ ਦੀ ਇੱਥੋਂ ਲੈ ਕੇ ਇੱਥੋਂ ਤੱਕ ਲੰਬਾਈ ਪਤਾ ਕਰਨੀ ਆ, ਦੁਬਾਰਾ ਦੇਖੋ ਮੈਂ ਸਭ ਕੁਝ ਇਰੇਜ਼ ਕਰਕੇ ਦੱਸਦੀ ਹਾਂ। ਬੇਲਨ ਦੀ ਲੰਬਾਈ ਟੋਟਲ ਕੈਪਸੂਲ ਦੀ ਲੰਬਾਈ ਕਿੰਨੀ ਹੈਗੀ, 14 ਮਿਲੀਮੀਟਰ, ਜਦ ਕਿ ਜਿਹੜਾ ਬੇਲਨ ਹੈਗਾ ਆ ਸੈਂਟਰ ਵਾਲੀ ਉਹਦੀ ਲੰਬਾਈ ਇੱਥੋਂ ਲੈ ਕੇ ਇੱਥੋਂ ਤੱਕ ਆ, ਠੀਕ ਹੈ ਜੀ। ਹੁਣ ਦੇਖੋ 14 ਪੂਰਾ ਦਾ ਪੂਰਾ ਆ ਹੈਗਾ, ਇਸ ਪਾਸੇ ਜਿਹੜਾ ਇਹਦਾ ਰੇਡੀਅਸ ਸੀਗਾ ਉਹ ਸੀਗਾ 2.5 ਮਿਲੀਮੀਟਰ, ਇਸ ਪਾਸੇ ਵੀ ਕਿੰਨਾ ਰੇਡੀਅਸ ਹੈਗਾ, 2.5 ਮਿਲੀਮੀਟਰ। ਇਹਦਾ ਮਤਲਬ ਜਦੋਂ ਮੈਂ ਬੇਲਨ ਦੀ ਲੰਬਾਈ ਪਤਾ ਕਰਨੀ ਹੈਗੀ ਆ, ਖਾਲੀ ਆ ਨਿਸ਼ਾਨ ਜਿਹੜਾ ਮੈਂ ਲਾਲ ਨਾਲ ਦਿਖਾਇਆ ਉਹਦੇ ਲਈ ਅਸੀਂ ਕੀ ਕਰੂੰਗੀ, 14 ਵਿੱਚੋਂ ਮੈਂ ਕੀ ਮਾਈਨਸ ਕਰਨਾ, 2.5 ਜੋੜ 2.5, ਇਹਦਾ ਮਤਲਬ 14 ਵਿੱਚੋਂ ਮੈਂ
5 ਨੂੰ ਮਾਈਨਸ ਕਰ ਦੇਣਾ ਹੈ, ਉਹ ਮੇਰੀ ਲੰਬਾਈ ਕਿੰਨੀ ਆ ਗਈ 9 ਮਿਲੀਮੀਟਰ। ਇਹਦਾ ਮਤਲਬ ਇਸ ਡਾਇਗਰਾਮ ਦੇ ਵਿੱਚ ਜਿਹੜੀ ਇੰਨੀ ਕੁ ਲੰਬਾਈ ਹੈਗੀ ਉਹ ਕਿੰਨੀ ਬਣ ਗਈ 9 ਮਿਲੀਮੀਟਰ। ਠੀਕ ਹੈ, ਇਸ ਪਾਸੇ ਦੀ ਆ ਗਈ 2.5, ਇਸ ਪਾਸੇ ਦੀ ਆ ਗਈ 2.5। ਠੀਕ ਹੈ ਜੀ, ਇਹ ਚੀਜ਼ ਸਮਝ ਲੱਗ ਗਈ। ਹੁਣ ਕੁਐਸਚਨ ਦੇਖੀਏ ਆਪਾਂ। ਇਹ ਚੀਜ਼ ਇਹਨਾਂ ਨੇ ਇੱਥੇ ਦੱਸੀ ਹੋਈ ਹੈ ਜਿਹੜੀ ਮੈਂ ਆਲਰੇਡੀ ਐਕਸਪਲੇਨ ਕਰਤੀ। ਕੈਪਸੂਲ ਦੀ ਲੰਬਾਈ ਦਿੱਤੀ ਹੋਈ ਆ 14 ਮਿਲੀਮੀਟਰ, ਕੈਪਸੂਲ ਦਾ ਵਿਆਸ 5 ਹੈਗਾ, ਇਸ ਕਰਕੇ ਉਹਦਾ ਅਰਧ ਵਿਆਸ ਮਤਲਬ ਕਿ ਰੇਡੀਅਸ ਕਿੰਨਾ ਹੋ ਜਾਏਗਾ 5/2। ਹੁਣ ਅਸੀਂ ਪਤਾ ਕਰਨਾ ਹੈਗਾ ਕੁੱਲ ਸਤ੍ਹਾ ਦਾ ਖੇਤਰਫਲ। ਉਹਦੇ ਲਈ ਅਸੀਂ ਕੀ ਕਰਨਾ, ਸਿੰਪਲ ਫਾਰਮੂਲਾ ਲਗਾਵਾਂਗੇ। ਹੁਣ ਪੂਰੀ ਦੀ ਪੂਰੀ ਕੈਪਸੂਲ ਦਾ ਜਿਹੜਾ ਸਤ੍ਹਾ ਦਾ ਖੇਤਰਫਲ ਹੋਏਗਾ ਉਹ ਕੀ ਹੋਏਗਾ, ਗੋਲੇ ਦਾ ਵਕਰ ਸਤ੍ਹਾ ਦਾ ਖੇਤਰਫਲ ਜਿਹੜਾ ਅਰਧ ਗੋਲਾ ਹੈਗਾ। ਠੀਕ ਹੈ, ਇਸ ਪਾਸੇ ਵੀ ਇੱਕ ਅਰਧ ਗੋਲਾ ਹੈਗਾ, ਉਹਦੀ ਵਕਰ ਸਤ੍ਹਾ ਦਾ ਖੇਤਰਫਲ ਪਲੱਸ ਬੇਲਨ ਦਾ ਅਰਧ ਵਕਰ ਸਤ੍ਹਾ ਦਾ ਖੇਤਰਫਲ ਪਲੱਸ ਜਿਹੜਾ ਦੂਸਰਾ ਗੋਲਾ ਹੈਗਾ ਉਹਦੀ ਵਕਰ ਸਤ੍ਹਾ ਦਾ ਖੇਤਰਫਲ। ਠੀਕ ਹੈ ਜੀ, ਉਹਦਾ ਅਸੀਂ ਫਾਰਮੂਲਾ ਲਗਾਇਆ ਕੀ ਹੈਗਾ 2πr² + 2πrh + 2πr²। ਠੀਕ ਹੈ, 2 ਜੋੜ 2 ਜਿਹੜੇ ਆਹ ਦੋ ਹੈਗੇ ਇਹਨਾਂ ਨੂੰ ਜੋੜ ਕੇ ਕੀ ਕਰ ਲਿਆ 4πr² + 2πrh ਅਸੀਂ ਇੱਥੇ ਲਿਖ ਲਿਆ। ਜਿਹੜੀ ਆਹ ਚੀਜ਼ ਹੈ ਇਹਨੂੰ ਸਿੱਧਾ ਦਾ ਸਿੱਧਾ ਆਪਾਂ ਨੀਚੇ ਲਿਖ ਲਿਆ। ਉਸ ਤੋਂ ਬਾਅਦ 2πr ਅਸੀਂ ਕਾਮਨ ਲੈ ਲਿਆ ਕਿਉਂਕਿ 4πr² ਤੇ 2πrh ਵਿੱਚੋਂ 2πr ਜਿਹੜਾ ਹੈਗਾ ਦੋਵਾਂ ਵਿੱਚੋਂ ਆ ਰਿਹਾ, ਇਸ ਕਰਕੇ ਅਸੀਂ ਇਹਨੂੰ ਕਾਮਨ ਲੈ ਲਿਆ। ਅੰਦਰ ਕੀ ਬਚ ਗਿਆ 2r + h। ਹੁਣ ਕੁਛ ਨਹੀਂ ਕਰਨਾ, ਇਹਦੇ ਵਿੱਚ ਅਸੀਂ ਆਪਣੀ ਵੈਲਿਊਜ਼ ਪੁੱਟ ਕਰਾਂਗੇ। ਜਿਹੜੀ r ਹੈਗੀ ਉਹ ਤੇ ਅਸੀਂ ਕੱਢ ਲਈ ਹੈਗੀ 5/2 ਤੇ ਜਿਹੜੀ ਹਾਈਟ ਹੈਗੀ ਆ, ਠੀਕ ਹੈ, ਉਹ ਵੀ ਅਸੀਂ ਕਿੱਦਾਂ ਪਤਾ ਕਰ ਲੈਣੀ ਹੈ। ਜਿਹੜੀ ਬੇਲਨ ਦੀ ਲੰਬਾਈ ਹੈਗੀ ਮੈਂ ਤੁਹਾਨੂੰ ਪਹਿਲਾਂ ਦੱਸੀ ਸੀਗੀ, ਦੋਵੇਂ ਪਾਸੇ ਤੋਂ ਅਸੀਂ ਅਰਧ ਵਿਆਸ ਹੈਗੇ ਮਾਈਨਸ ਕਰਾਂਗੇ ਤੇ ਸਾਡੀ ਲੰਬਾਈ ਜਿਹੜੀ ਉਹਦੀ ਆ ਗਈ ਉਹ ਕੀ ਆ ਗਈ 9 ਆ ਗਈ। ਠੀਕ ਹੈ ਜੀ, ਹੁਣ ਆ ਸਾਡਾ ਫਾਰਮੂਲਾ ਬਣ ਗਿਆ ਸੀਗਾ, ਇਹਦੇ ਵਿੱਚ ਅਸੀਂ ਵੈਲਿਊਜ਼ ਪੁੱਟ ਕਰ ਲਈਆਂ। ਵੈਲਿਊਜ਼ ਕਿਵੇਂ ਪੁੱਟ ਕੀਤੀਆਂ, ਕੁੱਲ ਸਤ੍ਹਾ ਦਾ ਖੇਤਰਫਲ ਕਿਵੇਂ ਆਏਗਾ 2 × 2π ਦੀ ਜਗ੍ਹਾ ਤੇ ਲਿਖਿਆ 22/7 ਗੁਣਾ r ਕਿੰਨਾ ਹੈਗਾ ਰੇਡੀਅਸ 5/2 ਗੁਣਾ 2r ਮਤਲਬ 2 ਨੂੰ ਗੁਣਾ ਕੀਤਾ ਹੈਗਾ ਰੇਡੀਅਸ ਦੇ ਨਾਲ, ਰੇਡੀਅਸ ਹੈਗਾ 5/2 ਜੋੜ ਲੰਬਾਈ ਕਿੰਨੀ ਆ ਗਈ ਸੀਗੀ ਬੇਲਨ ਦੀ ਉਹ ਸੀਗੀ 9। ਠੀਕ ਹੈ, 2 ਨਾਲ 2 ਕੱਟਿਆ ਉਹ ਕੀ ਬਣ ਗਿਆ 5, ਕੱਟ ਗਿਆ ਨਾ, ਰਕਮ ਕੀ ਬਚ ਗਈ 5, 5 ਜੋੜ 9 ਕਿੰਨਾ ਆ ਗਿਆ 14। ਇਹਦਾ ਮਤਲਬ 22/2 ਗੁਣਾ 5 ਗੁਣਾ 14 ਸਾਡੀ ਰਕਮ ਆਨਸਰ ਕੀ ਆ ਗਿਆ 220 ਮਿਲੀਮੀਟਰ ਸਕੁਅਰ। ਜਿਹੜਾ ਏਰੀਆ ਹੈਗਾ ਆ ਉਹ ਤੁਸੀਂ ਜਿਹੜਾ ਵੀ ਤੁਹਾਡੀ ਵਰਗ ਇਕਾਈਆਂ ਹੁੰਦੀਆਂ ਉਹਦਾ ਅਸੀਂ ਵਰਗ ਕਰ ਦਿੰਦੇ। ਠੀਕ ਹੈ, ਜੇ ਮਿਲੀਮੀਟਰ ਵਿੱਚ ਦਿੱਤਾ ਤਾਂ ਮਿਲੀਮੀਟਰ ਸਕੁਅਰ ਹੋਏਗਾ। ਇਸੇ ਤਰ੍ਹਾਂ ਜੇ ਸਾਰੀਆਂ ਚੀਜ਼ਾਂ ਸਾਨੂੰ ਸੈਂਟੀਮੀਟਰ 'ਚ ਦਿੱਤੀਆਂ ਹੁੰਦੀਆਂ ਫਿਰ ਉਹ ਸੈਂਟੀਮੀਟਰ ਸਕੁਅਰ ਬਣ ਜਾਣਾ ਸੀਗਾ, ਜੇ ਮੀਟਰ 'ਚ ਦਿੱਤੀਆਂ ਹੁੰਦੀਆਂ ਤਾਂ ਮੀਟਰ ਸਕੁਅਰ ਬਣ ਜਾਣਾ ਸੀਗਾ। ਠੀਕ ਹੈ ਜੀ, ਸਾਡਾ ਆਨਸਰ ਕੀ ਆ ਗਿਆ 220 ਮਿਲੀਮੀਟਰ ਸਕੁਅਰ। ਹੁਣ ਕੁਐਸਚਨ ਅਸੀਂ NTSC ਬੇਸਡ ਵੀ ਕਰ ਲਈਏ। ਇਹਦੇ ਵਿੱਚ ਕੁਐਸਚਨ ਹੈਗਾ ਆ ਜੇਕਰ ਸਾਨੂੰ P + R + Q ਦੀ ਵੈਲਿਊ 0 ਦੇ ਬਰਾਬਰ ਦਿੱਤੀ ਆ, ਆ ਮੇਨ ਚੀਜ਼ ਜਿਹੜੀ ਸਾਨੂੰ 0 ਦੇ ਬਰਾਬਰ ਦਿੱਤੀ ਆ, ਅਸੀਂ ਕੀ ਕਰਨਾ ਹੈਗਾ ਇਸ ਰਕਮ ਦਾ ਮੁੱਲ ਪਤਾ ਕਰਨਾ। ਠੀਕ ਹੈ ਜੀ, ਹੁਣ ਅਸੀਂ ਇਸ ਇਕੁਏਸ਼ਨ ਨੂੰ ਵਰਤਾਂਗੇ ਤੇ ਇੱਥੋਂ ਵੈਲਿਊ ਕੱਢਾਂਗੇ। ਦੇਖੋ P ਜੋੜ Q ਜੋੜ R ਦੀ ਵੈਲਿਊ 0 ਹੈਗੀ ਆ, ਇਹਦਾ ਮਤਲਬ ਇੱਥੋਂ ਮੈਂ ਕੀ ਲਿਖ ਸਕਦੀ ਹਾਂ P ਜੋੜ Q ਦੀ ਵੈਲਿਊ ਮੈਂ ਲਿਖ ਸਕਦੀ -R। ਠੀਕ ਹੈ, ਉਸੇ ਤਰ੍ਹਾਂ ਦੇਖੋ ਇਹ ਜ਼ੂਮ ਕਰਕੇ ਵੇਖੀਏ ਕੁਐਸਚਨ ਦੇ ਵਿੱਚ ਕੀ ਹੈਗਾ Q ਜੋੜ R, P ਜੋੜ R ਤੇ P ਜੋੜ Q। ਇਸ ਦੇ ਵਿੱਚ ਅਸੀਂ ਇਹਨਾਂ ਦੀਆਂ ਵੈਲਿਊਜ਼ ਚੇਂਜ ਕਰਨੀਆਂ। ਉਹ ਵੈਲਿਊਜ਼ ਕਿੱਦਾਂ ਬਣਨਗੀਆਂ Q + R ਦੀ ਵੈਲਿਊ ਕੱਢ ਲੈਣੀ, ਕਿੱਥੋਂ ਕੱਢਾਂਗੇ Q + R ਦੀ ਵੈਲਿਊ ਅਸੀਂ ਇੱਥੋਂ ਕੱਢਾਂਗੇ। Q + R ਦੀ ਵੈਲਿਊ ਕੀ ਆ ਗਈ -P। Q + R ਦੀ ਵੈਲਿਊ ਆ ਗਈ -P। ਉਸੇ ਤਰ੍ਹਾਂ P + R ਦੀ ਵੈਲਿਊ ਸਾਡੇ ਕੋਲ ਆਏਗੀ -Q। ਲਾਸਟ ਹੈਗਾ P + Q ਦੀ ਵੈਲਿਊ ਸਾਡੇ ਕੋਲ ਆਏਗੀ -R। ਆ ਜਿਹੜੀਆਂ ਤਿੰਨ ਚੀਜ਼ਾਂ ਹੈਗੀਆਂ ਇਹ ਅਸੀਂ ਆਪਣੀ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਨੀਆਂ। ਠੀਕ ਹੈ ਜੀ, ਆ ਦੇਖੋ ਇੱਥੇ ਅਸੀਂ ਜਦੋਂ ਸਬਸਟੀਟਿਊਟ ਕੀਤੀਆਂ ਉਹ ਕੀ ਆ ਗਈ 2p², Q + R ਦੀ ਜਗ੍ਹਾ -P, ਫਿਰ -Q ਤੇ -R। p² × P ਦੀ ਪਾਵਰ 3 ਆ ਗਿਆ, ਪਲੱਸ ਅਗਲੇ ਸਟੈਪ 'ਚ ਪਲੱਸ ਮਾਈਨਸ 2Q ਦੀ ਪਾਵਰ 3 ਆ ਗਿਆ ਤੇ ਮਾਈਨਸ ਪਲੱਸ ਮਾਈਨਸ ਬਣ ਗਿਆ 2r² ਮਤਲਬ × R ਕੀ ਆ ਗਿਆ R ਦੀ ਪਾਵਰ 3। ਠੀਕ ਹੈ ਜੀ, ਇਸ ਸਟੈਪ ਤੋਂ ਅੱਗੇ ਕੀ ਕੀਤਾ ਅਸੀਂ ਹੁਣ -2 ਜਿਹੜਾ ਹੈਗਾ ਉਹ ਬੱਚੇ ਅਸੀਂ ਕਾਮਨ ਲਵਾਂਗੇ। ਦੇਖੀਏ ਅਗਲੇ ਸਟੈਪ 'ਚ ਕੀ ਕੀਤਾ ਹੋਇਆ -2 ਇਹਨਾਂ ਨੇ ਕੀ ਕਰ ਲਿਆ ਕਾਮਨ ਲੈ ਲਿਆ। -2 ਕਾਮਨ ਲੈ ਕੇ ਅੰਦਰ ਕੀ ਬਚ ਗਿਆ ਸਾਡਾ p³ + q³ + r³ ਬਟਾ pqr। ਹੁਣ ਸਾਨੂੰ ਪਤਾ ਹੈਗਾ ਜਦੋਂ p + Q + R ਦੀ ਵੈਲਿਊ 0 ਹੁੰਦੀ ਆ ਉਸ ਕੇਸ ਦੇ ਵਿੱਚ p ਦੀ ਪਾਵਰ 3 + Q ਦੀ ਪਾਵਰ 3 + R ਦੀ ਪਾਵਰ 3 ਦੀ ਵੈਲਿਊ ਕੀ ਹੁੰਦੀ ਆ 3pqr। ਠੀਕ ਹੈ, ਉਹੀ ਚੀਜ਼ ਜਿਹੜੀ ਹੈਗੀ ਅਸੀਂ ਅਗਲੇ ਸਟੈਪ ਵਿੱਚ ਸਬਸਟੀਟਿਊਟ ਕਰਾਂਗੇ। -2 ਗੁਣਾ ਇਸ ਪੂਰੀ ਦੀ ਪੂਰੀ ਰਕਮ ਦੀ ਜਗ੍ਹਾ ਤੇ ਅਸੀਂ ਕੀ ਲਿਖਤਾ 3pqr ਬਟਾ ਸੀਗਾ 3pqr। ਇਹਦੇ ਨਾਲ ਅਸੀਂ ਆ ਕੱਟਤਾ, 2 ਨਾਲ 3 ਨੂੰ ਗੁਣਾ ਕਰ ਲਿਆ ਉਹ ਕੀ ਹੋ ਗਿਆ 6 ਆ ਗਿਆ
ਤੇ ਮਾਈਨਸ ਦਾ ਮਾਈਨਸ, ਇਹਦਾ ਮਤਲਬ ਆਨਸਰ ਸਾਡਾ ਕੀ ਆ ਗਿਆ, ਮਾਈਨਸ ਆਫ 6। ਸੈਕਿੰਡ ਕੁਐਸਚਨ ਵੀ ਹੈਗਾ ਆ ਵੈਰੀ ਸਿੰਪਲ। ਅਸੀਂ ਕੀ ਕਰਨਾ ਹੈਗਾ, ਸਿੰਪਲ ਵੈਲਿਊ ਪਤਾ ਕਰਨੀ ਹੈਗੀ ਹੈ ਇਸ ਰਕਮ ਦੀ ਜਿਹੜੀ ਦਿੱਤੀ ਹੋਈ ਆ, y ਦੀ ਵੈਲਿਊ ਅਸੀਂ 5 ਸਬਸਟੀਟਿਊਟ ਕਰਨੀ ਹੈ, ਠੀਕ ਹੈ। ਐਕਸਪ੍ਰੈਸ਼ਨ ਸਾਨੂੰ ਦਿੱਤਾ ਹੋਇਆ 10y ਅੰਡਰ ਰੂਟ ਆਫ y ਕਿਊਬ ਮਾਈਨਸ y ਸਕੁਅਰ, ਸਿੰਪਲ ਹੈਗੇ ਆ। 10 ਨੂੰ y ਦੀ ਜਗ੍ਹਾ ਤੇ ਅਸੀਂ 5 ਲਿਖਤਾ, 10 ਗੁਣਾ 5 ਆ ਗਿਆ, ਸਕੁਅਰ ਰੂਟ ਦੀ ਜਗ੍ਹਾ ਤੇ ਸਰ ਸਕੁਅਰ ਰੂਟ, y ਦੀ ਪਾਵਰ 3 ਮਤਲਬ 5 ਦੀ ਪਾਵਰ 3 ਮਾਈਨਸ 5 ਦੀ ਪਾਵਰ 2, ਠੀਕ ਹੈ। 10 ਗੁਣਾ 5 ਆ ਗਿਆ 50, ਅੰਡਰ ਰੂਟ ਆਫ 5 ਦੀ ਪਾਵਰ ਕਿਊਬ 5 ਦੀ ਪਾਵਰ 3, ਇਹਦਾ ਮਤਲਬ 5 ਮਲਟੀਪਲਾਈ ਬਾਈ 5 ਮਲਟੀਪਲਾਈ ਬਾਈ 5, ਉਹ ਕੀ ਆ ਗਿਆ 125। 125 ਮਾਈਨਸ 5 ਦੀ ਪਾਵਰ 2 ਕੀ ਆ ਗਿਆ 25 ਇਕੁਅਲਸ ਟੂ 50 ਦਾ 50 ਲਿਖਿਆ, ਅੰਡਰ ਰੂਟ 'ਚ 125 ਵਿੱਚੋਂ 25 ਗਏ, ਉਹ ਸਾਡਾ ਕੀ ਬਚ ਗਿਆ 100, ਤੇ 100 ਦਾ ਵਰਗਮੂਲ ਕੀ ਹੁੰਦਾ ਆ, ਅੰਡਰ ਰੂਟ ਕੀ ਹੁੰਦਾ ਆ 100, ਇਹਦਾ ਮਤਲਬ 50 ਨੂੰ ਜਦੋਂ ਆਪਾਂ 100 ਮਲਟੀਪਲਾਈ ਕੀਤਾ ਤੇ ਸਾਡਾ ਆਨਸਰ ਕੀ ਆ ਗਿਆ 500। ਤੇ ਆਪਸ਼ਨ ਜਿਹੜੀ ਸਾਡੀ ਹੈਗੀ ਆ, ਇਹ ਸਾਡੀ ਡੀ ਆਪਸ਼ਨ ਹੈਗੀ ਆ ਕਰੈਕਟ ਆਪਸ਼ਨ, ਠੀਕ ਹੈ ਸਟੂਡੈਂਟਸ। ਓਕੇ ਬਾਏ ਬਾਏ।